ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਦਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 102 ਉੱਪਰ ਸੁਭਾਏਮਾਨ ਹਨ। ਸਤਿਗੁਰੂ ਪਾਤਸ਼ਾਹ ਜੀ ਸੰਸਾਰ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮੇਸ਼ਰ ਕਿਤੋਂ ਬਾਹਰੋਂ ਨਹੀਂ ਮਿਲਦਾ, ਉਹ ਹਰ ਮਨੁੱਖ ਦੇ ਅੰਦਰ ਹੀ ਵਸਦਾ ਹੈ। ਬਲਕਿ ਜੋ ਵੀ ਪ੍ਰਾਪਤ ਕਰਨਾ ਮਨੁੱਖ ਨੇ ਉਹ ਸਭ ਇਹਦੇ ਅੰਦਰ ਹੈ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੈ, ਅੰਤਸ਼ਕਰਨ ਵਿੱਚ ਹੀ ਹੈ। ਜਦੋਂ ਸਾਡਾ ਮਨ ਇੰਦਰੀਆਂ ਰਾਹੀਂ ਬਾਹਰ ਭਟਕਦਾ ਹੈ ਜਾਂ ਅਸੀਂ ਸਰੀਰ ਕਰਕੇ ਭਟਕਦੇ ਹਾਂ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੰਸਾਰ ਜੰਗਲਾਂ ਵਿੱਚ ਭਟਕ ਜਾਂਦਾ ਹੈ, ਘਰ-ਬਾਰ ਛੱਡ ਕੇ ਬਾਹਰ ਚਲਿਆ ਜਾਂਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਸਿੱਖਾ ਤੈਨੂੰ ਘਰੋਂ ਬਾਹਰ ਜਾਣ ਦੀ ਲੋੜ ਨਹੀਂ। ਆਪਣੇ ਸੰਸਾਰੀ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਤੂੰ ਪਰਮੇਸ਼ਰ ਨੂੰ ਆਪਣੇ ਅੰਦਰੋਂ ਆਪਣੇ ਹਿਰਦੇ ਰੂਪੀ ਘਰ 'ਚੋਂ ਹੀ ਪਾ ਸਕਦਾ ਹੈ। ਇਹ ਮਨ ਜਿਹੜਾ ਹੈ ਸਾਡਾ, ਜੋ ਇੰਦਰੀਆਂ ਦੇ ਰਾਹੀਂ ਬਾਹਰ ਭਟਕਦਾ ਹੈ, ਇਹਨਾਂ ਇੰਦਰੀਆਂ ਨੂੰ ਅੰਤਰਮੁਖ ਕਰਕੇ ਅਸੀਂ ਆਪਣੇ ਅੰਦਰੋਂ ਉਸ ਦੀ ਪ੍ਰਾਪਤੀ ਕਰ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਾਝ ਮਹੱਲਾ ਪੰਜਵਾ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜੇ ਬਾਹਰੋਂ ਲੱਭਦੇ ਹਨ ਉਹ ਭਟਕ ਜਾਂਦੇ ਹਨ, ਉਹਨਾਂ ਨੂੰ ਉਸ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਪਰਮੇਸ਼ਰ ਸ਼ਬਦ ਦੇ ਹਿਰਦੇ ਵਿੱਚ ਬੈਠਾ ਹੈ। ਕੁਦਰਤ ਕਰਕੇ ਵਸਿਆ ਸੋਏ, ਸ੍ਰਿਸ਼ਟੀ ਨੂੰ ਬਣਾ ਕਰਕੇ ਉਹ ਪਰਮੇਸ਼ਰ ਇਸ ਸ੍ਰਿਸ਼ਟੀ ਦੇ ਵਿੱਚ ਹੀ ਸਮਾ ਗਿਆ ਹੈ ਤੇ ਮਨੁੱਖ ਸੰਸਾਰ ਦੀਆਂ ਵਸਤੂਆਂ ਦੀ ਤਰ੍ਹਾਂ ਉਸ ਪਰਮੇਸ਼ਰ ਨੂੰ ਵੀ ਬਾਹਰੋਂ ਹੀ ਲੱਭਦਾ ਹੈ। ਮਾਇਆ ਦੇ ਵਾਸਤੇ ਮਨੁੱਖ ਬਾਹਰ ਨੂੰ ਜਾਵੇ ਲੱਭਣ ਦੇ ਲਈ, ਪਰ ਪਰਮੇਸ਼ਰ ਨੂੰ ਪਾਉਣ ਵਾਸਤੇ ਮਨੁੱਖ ਨੂੰ ਆਪਣੇ ਅੰਦਰ ਜਾਣਾ ਚਾਹੀਦਾ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਤੇ ਫਿਰ ਜਦੋਂ ਪਰਮੇਸ਼ਰ ਨਾਲ ਮਿਲ ਗਿਆ ਤੇ ਸੰਸਾਰ ਦੀਆਂ ਵਸਤੂਆਂ ਵੀ ਆਪਣੇ ਅੰਦਰੋਂ ਹੀ ਮਿਲ ਜਾਣੀਆਂ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਮਨੁੱਖ ਉਸ ਪਰਮੇਸ਼ਰ ਨਾਲ ਜੁੜ ਜਾਵੇ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਾਡਾ ਹਿਰਦਾ ਰੂਪੀ ਸਰੀਰ ਜਿਹੜਾ ਹੈ, ਸਰੀਰ ਦੇ ਵਿੱਚ ਹਿਰਦਾ, ਹਿਰਦੇ ਦੇ ਵਿੱਚ ਉਹਦਾ ਵਾਸਾ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ, ਕੋਠੜੈ ਮੈਂ ਕੋਠੜੀ, ਪਰਮ ਕੋਠੀ ਵਿਚਾਰ। ਸਰੀਰ ਰੂਪੀ ਕੋਠਾ, ਇਹਦੇ ਵਿੱਚ ਇੱਕ 10ਵੇਂ ਦੁਆਰ ਦੀ ਕੋਠੀ ਹੈ, ਪਰਮ ਕੋਠੀ, ਵੱਡੀ ਆਨੰਦ ਦੇਣ ਵਾਲੀ, ਉਹ ਵੀ ਇਹਦੇ ਵਿੱਚ ਹੀ ਹੈ। ਉਸ ਕੋਠੀ ਦੇ ਵਿੱਚੋਂ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਗੁਰੂ ਨੇ ਵਸਤੂ ਦਿੱਤੀ। ਕੋਠੜੈ ਮੈਂ ਕੋਠੜੀ, ਪਰਮ ਕੋਠੀ ਵਿਚਾਰ, ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਰ। ਕਬੀਰ ਹੈ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਮੈਨੂੰ ਮੇਰੇ ਗੁਰੂ ਨੇ ਉਹ ਵਸਤੂ ਅੰਦਰੋਂ ਹੀ ਦਿਖਾ ਦਿੱਤੀ, ਦੇ ਦਿੱਤੀ। ਹਿਰਦੇ ਦੇ ਵਿੱਚੋਂ ਹੀ ਉਸ ਦੀ ਪ੍ਰਾਪਤੀ ਹੋ ਗਈ। 10ਵੇਂ ਦੁਆਰ ਦੇ ਵਿੱਚੋਂ ਉਸ ਦੀ ਪ੍ਰਾਪਤੀ ਹੋ ਗਈ। ਹੁਣ ਫਿਰ ਕਬੀਰ ਸਾਹਿਬ ਨੇ ਸੰਸਾਰ ਨੂੰ ਵੰਡਣੀ ਚਾਹੀ। ਉਹ ਵਸਤੂ ਸੰਸਾਰ ਨੂੰ ਦੇਣੀ ਚਾਹੀ, ਪਰ ਸੰਸਾਰ ਦੇ ਵਿੱਚੋਂ ਉਹਨਾਂ ਨੇ ਕਬੀਰ ਸਾਹਿਬ ਤੋਂ ਪ੍ਰਾਪਤ ਕੀਤੀ ਜਿਨ੍ਹਾਂ ਦੇ ਵੱਡੇ ਭਾਗ ਹਨ। ਤਾਂ ਬਖਸ਼ਿਸ਼ ਕਰਦੇ ਹਨ ਕਿ ਸਾਰੇ ਧਰਮ ਅਰਥ ਕਾਮ ਮੋਖ ਰੂਪੀ ਪਦਾਰਥ ਤੁਰੀਆ ਪਦ ਵਿੱਚੋਂ ਪ੍ਰਾਪਤ ਹੋਣਗੇ। ਘਰ ਵਿੱਚ ਰੱਖੇ ਹੋਏ ਹਨ, ਜਿੱਥੇ ਇੰਦਰੀਆਂ ਦੇ ਵਿਸ਼ਿਆਂ ਦੇ ਅਧੀਨ ਹੋ ਕੇ ਮਨ ਬਾਹਰ ਮੁਖ ਹੁੰਦਾ ਹੈ, ਉੱਥੇ ਇਸ ਨੂੰ ਅੰਤਰਮੁਖ ਹੋਣਾ ਚਾਹੀਏ। ਜਿਸ ਤਰ੍ਹਾਂ ਭੱਟਾਂ ਦੇ ਸਵਈਆਂ ਵਿੱਚ ਰਾਜੇ ਜਨਕ ਦੇ ਪਰਥਾਏ ਲਿਖਦੇ ਹਨ, ਜਨਕ ਸੋਏ ਜਿਨ ਜਾਣਿਆ, ਗੁਣ ਮਨ ਰਥ ਧਰਿਆ। ਕਹਿੰਦੇ ਜਿਸ ਨੇ ਰਾਜੇ ਜਨਕ ਵਾਲੀ ਗੱਲ ਸਮਝ ਲਈ, ਉਹ ਵੀ ਜਨਕ ਬਣ ਜਾਵੇਗਾ। ਜਿਸ ਨੇ ਰਾਜੇ ਜਨਕ ਵਾਲੇ ਅਭਿਆਸ ਨੂੰ ਜਾਣ ਲਿਆ, ਰਾਜੇ ਜਨਕ ਵਾਲੀ ਜੁਗਤ ਨੂੰ ਜਾਣ ਲਿਆ, ਜੋ ਉਸ ਨੂੰ ਅਸ਼ਟਾਵਕਰ ਫੱਕਰ ਨੇ ਦਿੱਤੀ, ਉਹ ਵੀ ਜਨਕ ਬਣ ਜਾਵੇਗਾ। ਜਨਕ ਸੋਏ ਜਿਨ ਜਾਣਿਆ, ਉਣ ਮਨ ਰਥ ਧਰਿਆ। ਰਥ ਕਹਿੰਦੇ ਆ ਸਰੀਰ ਨੂੰ, ਤੇ ਸਰੀਰ ਰੂਪੀ ਰਥ ਨੂੰ 10 ਘੋੜੇ ਲੱਗੇ ਹਨ, 10 ਇੰਦਰੀਆਂ ਨੇ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਸ ਤਰ੍ਹਾਂ ਇਹ ਇੰਦਰੀਆਂ ਰੂਪੀ ਘੋੜੇ ਜਿਹੜੇ ਹਨ, ਬੇਮੁਹਾਰੇ ਹੋਏ, ਬੇਲਗਾਮ ਹੋਏ। ਇਹ ਘੋੜੇ ਸਾਡੇ ਰਥ ਨੂੰ ਕੋਈ ਕਿਧਰੇ ਖਿੱਚਦਾ, ਕੋਈ ਕਿਧਰੇ ਖਿੱਚਦਾ। ਤੇ ਜਦੋਂ ਇਹਨਾਂ ਦੀਆਂ ਲਗਾਮਾਂ ਗੁਰੂ ਦੇ ਹੱਥ ਵਿੱਚ ਫੜਾ ਦਿੱਤੀਆਂ ਜਾਣ, ਫਿਰ ਗੁਰੂ ਇਹਨਾਂ ਨੂੰ ਸਿੱਧੇ ਲੈ ਕੇ ਜਾਂਦਾ। ਹੁਣ ਇਹਦੀਆਂ ਲਗਾਮਾਂ ਮਨ ਦੇ ਹੱਥ ਹੈ, ਤੇ ਮਨ ਨੇ ਅੱਗੇ ਫੜਾ ਦਿੱਤੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ। ਹੁਣ ਉਹ ਆਪਦੀ ਮਰਜ਼ੀ ਨਾਲ ਸਾਡਾ ਰੱਥ ਚਲਾਉਂਦੇ ਆ। ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਕੋਈ ਇਸ ਮਨ ਰੂਪੀ ਰੱਥ ਦੇ ਉੱਤੇ, ਸਰੀਰ ਰੂਪੀ ਰੱਥ ਦੇ ਉੱਤੇ ਬੈਠੇ ਮਨ ਦੀਆਂ ਲਗਾਮਾਂ ਗੁਰੂ ਦੇ ਹੱਥ ਫੜਾ ਦੇਵੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਫਿਰ ਗੁਰਮਤਿ ਅਨੁਸਾਰ ਗੁਰੂ ਇਸ ਦਾ ਮਾਰਗ ਦਰਸ਼ਨ ਕਰਦਾ ਹੈ ਤੇ ਇਸ ਨੂੰ ਸਹੀ ਰਸਤੇ 'ਤੇ ਲੈ ਕੇ ਜਾਂਦਾ, ਵਰਨਾ ਭਟਕ ਜਾਂਦਾ ਮਨੁੱਖ। ਜਾਣਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਬਰਾ ਸਰ ਭਰਿਆ। ਫਿਰ ਇਸ ਦੇ ਅੰਦਰ ਸਤ ਸੰਤੋਖ, 4 ਪਦਾਰਥ ਆਦਿ ਸਭ ਕੁਝ ਅੰਦਰੇ ਹੀ ਪੈਦਾ ਹੋ ਜਾਵੇਗਾ। ਤੇ ਜਿਹੜਾ ਭੁੱਖਾ ਕਰਦਾ ਆ ਨਹੀਂ, ਉਹ ਵੀ ਸਭ ਕੁਝ ਅੰਦਰੋਂ ਹੀ ਮਿਲੇਗਾ। ਅਬਰਾ ਸਰ, ਅਭਰਾ ਜਿਹੜਾ ਖਾਲੀ ਹੈ, ਭਰਿਆ ਹੁੰਦਾ, ਭਰਿਆ ਤੇ ਮੂਹਰੇ ਆੜਾ ਲਾ ਕੇ ਸ਼ਬਦ ਉਲਟਾ ਦਿੱਤਾ, ਅਭਰਿਆ। ਭਾਵ ਜਿਹੜਾ ਸਾਡੇ ਅੰਦਰ ਬੁੱਧੀ ਵਿੱਚ ਇਹ ਗੱਲ ਹੈ ਵੀ ਮੇਰੇ ਕੋਲ ਆਹ ਹੈ ਨਹੀਂ, ਖਾਲੀ ਹਾਂ, ਭੁੱਖਾ ਹਾਂ, ਇਹ ਵੀ ਭਰ ਜਾਵੇਗਾ। ਅਬਰਾ ਸਰ ਭਰਿਆ, ਇਹ ਖਾਲੀ ਹਿਰਦਾ ਭਰ ਜਾਵੇਗਾ ਉਸ ਨਾਮ ਦੇ ਪ੍ਰਕਾਸ਼ ਨਾਲ। ਫਿਰ ਸਭ ਕੁਛ ਘਰ ਮੈਂ ਬਾਹਰ ਨਾਹੀਂ, ਫਿਰ ਖੁਦ ਕਹੇਗਾ ਕਿ ਹਾਂ ਭਾਈ ਸਭ ਕੁਝ ਅੰਦਰ ਹੀ ਹੈ, ਕਿਧਰੇ ਜਾਣ ਦੀ ਲੋੜ ਨਹੀਂ ਹੈ।
किरत करो नाम जपो वंड छको, सब कुछ घर में बाहर नाही, बाहर टोले सो भरम भुलाही। ਜਿਹੜਾ ਆਪਣੇ ਆਪੇ ਨੂੰ ਛੱਡ ਕੇ ਬਾਹਰ ਨਿਕਲਦਾ ਹੈ, ਸੰਸਾਰੀ ਤੌਰ 'ਤੇ ਘਰ-ਬਾਰ ਛੱਡ ਕੇ ਨਿਕਲ ਜਾਣਾ। ਜੋ ਸੁੱਖ ਸਹੂਲਤਾਂ ਸਾਨੂੰ ਘਰ ਵਿੱਚ ਮਿਲ ਸਕਦੀਆਂ ਉਹ ਘਰ ਛੱਡ ਕੇ ਨਹੀਂ ਮਿਲਦੀਆਂ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਪਰਮੇਸ਼ਰ ਨੂੰ ਪਾਉਣ ਵਾਸਤੇ ਵੀ ਆਪਣੇ ਹਿਰਦੇ ਵਿੱਚ ਬੈਠਣ ਦੀ ਲੋੜ ਹੈ। ਇਹਦੇ ਵਾਸਤੇ ਵੀ ਸਾਡੇ ਮਨ ਨੂੰ ਭਟਕਣ ਦੀ ਲੋੜ ਨਹੀਂ, ਬਾਹਰ ਜਾਣ ਦੀ ਲੋੜ ਨਹੀਂ ਹੈ। ਆਪਣੇ ਘਰ ਦੇ ਅੰਦਰ ਹੀ ਸਭ ਕੁਝ ਹੈ। ਜਦੋਂ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਇਹ ਸ਼ਬਦ ਨੂੰ ਸਮਝਦਾ ਹੈ। ਇਸ ਗੱਲ ਨੂੰ ਜਦੋਂ ਇਹ ਸਮਝਦਾ ਹੈ, ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਜਦੋਂ ਇਹ ਜ਼ਿਆਦਾ ਮਨ ਜਿਹੜਾ ਹੈ ਅੰਦਰ ਬੈਠਦਾ ਹੈ, ਫਿਰ ਇਸ ਨੂੰ ਅੰਦਰੋਂ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਗੁਰੂ ਕਿਰਪਾ ਕਰਨ। ਬਾਦਸ਼ਾਹ ਸ਼ਾਹ ਸਾਹਿਬ ਬਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਲਕੀਨੋ ਦਾਨ। ਫਿਰ ਇਸ ਦੇ ਅੰਦਰੇ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਗੁਰੂ ਦੀ ਕਿਰਪਾ ਦੇ ਨਾਲ ਜਿਸ ਨੇ ਉਸ ਪਰਮੇਸ਼ਰ ਨੂੰ ਆਪਣੇ ਅੰਦਰੋਂ ਪਾ ਲਿਆ, ਉਹ ਅੰਦਰ ਤੇ ਬਾਹਰ ਹਰ ਥਾਂ ਤੇ ਹੀ ਸੁਖੀ ਵਸਦਾ। ਸੁਹੇਲਾ ਸੁਖੀ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਜਦੋਂ ਅੰਦਰ ਸੁੱਖ ਪ੍ਰਾਪਤ ਹੋ ਗਿਆ, ਆਤਮਿਕ ਸੁੱਖ ਪ੍ਰਾਪਤ ਹੋ ਗਿਆ, ਫਿਰ ਮਨ ਨੂੰ ਸੁੱਖ ਮਿਲਿਆ ਤੇ ਫਿਰ ਸਰੀਰ ਵੀ ਸੁਖੀ ਹੋ ਗਿਆ। ਜਦੋਂ ਸਾਡਾ ਮਨ ਦੁਖੀ ਹੈ ਤੇ ਸਰੀਰ ਵੀ ਪੀੜਿਆ ਜਾਂਦਾ, ਸਰੀਰ ਵੀ ਦੁਖੀ ਹੋ ਜਾਂਦਾ। ਜਦੋਂ ਮਨ ਸੁਖੀ ਹੈ ਤੇ ਸਰੀਰ ਵੀ ਸੁਖੀ ਹੈ, ਮਨ ਖੁਸ਼ ਹੈ ਤੇ ਸਰੀਰ ਵੀ ਖੁਸ਼ ਹੈ। ਤੇ ਮਨ ਖੁਸ਼ ਹੁੰਦਾ ਹੈ ਆਤਮਿਕ ਸੁੱਖ ਨਾਲ, ਤੇ ਇਹ ਜਦੋਂ ਆਤਮ ਸੁੱਖ ਮਿਲਦਾ ਫਿਰ ਮਨ ਟਿਕਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰ ਬਾਹਰ ਹਰ ਥਾਂ ਤੇ ਸੁਖੀ, ਭਾਵ ਆਪਣੇ ਅੰਦਰ ਜੁੜ ਕੇ ਬੈਠਾ ਤਾਂ ਵੀ ਆਨੰਦ ਹੈ, ਫਿਰ ਦੁਨੀਆ ਨੂੰ ਦੇਖਦਾ ਤੇ ਇਹਦੇ ਵਿੱਚ ਵੀ ਉਹ ਦਿਖਾਈ ਦਿੰਦਾ ਹੈ। ਫਿਰ ਬਾਹਰ ਵੀ ਸੁਖੀ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਗੁਰੂ ਨੇ ਇਹ ਮੰਤਰ ਬਖਸ਼ਿਸ਼ ਕੀਤਾ ਤੇ ਅੰਦਰ ਤੇ ਬਾਹਰ ਦੋਨੇ ਪਾਸੇ ਸੁਖੀ ਹੋ ਗਏ। ਫਿਰ ਜਦੋਂ ਕਿਸੇ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਤੇ ਫਿਰ ਕੁਝ ਸੰਸਾਰੀ ਧਾਰਨਾਵਾਂ ਦੇ ਮੁਤਾਬਕ ਮੁਹਾਵਰੇ ਬਣੇ ਹੋਏ ਆ, ਵਾਕ ਬਣੇ ਹੋਏ ਆ। ਫਲਾਣੇ ਦੇ ਅੰਦਰ ਲੱਡੂ ਫੁੱਟਦੇ ਆ, ਹੁਣ ਤਾਂ ਮੀਂਹ ਪੈ ਰਿਹਾ ਲੱਗਦਾ, ਕੋ ਸਤਨਾਮ, ਭਾਵੇਂ ਖੁਸ਼ੀ ਦੇ ਜ਼ਾਹਰ ਕਰਨ ਦੇ ਢੰਗ ਹਨ। ਅਗਲੇ ਸ਼ਬਦ ਵਿੱਚ ਲਿਖਦੇ ਹਨ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਜਿਵੇਂ ਬਰੀਕ ਕਣੀ ਦਾ ਮੀਂਹ ਪੈਂਦਾ ਹੋਵੇ ਹਲਕਾ ਹਲਕਾ, ਇਸੇ ਤਰ੍ਹਾਂ ਹੀ ਅੰਦਰ ਫਿਰ ਆਤਮਿਕ ਸੁੱਖ ਦਾ ਮੀਂਹ ਪੈਂਦਾ। ਭਗਤ ਬਾਬਾ ਨਾਮਦੇਵ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਉਹਨਾਂ ਨੂੰ ਇਹ ਸੁੱਖ ਪ੍ਰਾਪਤ ਹੋਇਆ, ਆਤਮਿਕ ਸੁੱਖ ਪ੍ਰਾਪਤ ਹੋਇਆ, ਤੇ ਕੀ ਕਹਿੰਦੇ ਹਨ, ਅਣ ਪੜ੍ਹਿਆ ਮੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ। ਬਿਨਾਂ ਮੜਿਆ ਹੋਇਆ ਢੋਲ ਵੱਜ ਰਿਹਾ, ਸਾਵਣ ਤੋਂ ਬਗੈਰ ਹੀ ਮੀਂਹ ਪੈ ਰਿਹਾ। ਬਾਦਲ ਬਿਨ ਵਰਖਾ ਹੋਈ, ਬਦਲਾਂ ਤੋਂ ਬਗੈਰ। ਬਿਨ ਸਾਵਣ ਘਨ ਹਰ ਗਾਜੈ, ਸਾਉਣ ਦਾ ਮਹੀਨਾ ਨਹੀਂ, ਮੋਰ ਬੋਲ ਰਹੇ। ਭਾਵ ਜਦੋਂ ਕਿਸੇ ਅੰਦਰ ਖੁਸ਼ੀ ਹੁੰਦੀ ਹੈ ਤਾਂ ਉਸ ਤਰ੍ਹਾਂ ਹੁੰਦੀ ਹੈ ਜਿਵੇਂ ਸਾਉਣ ਮਹੀਨੇ 'ਚ ਮੋਰ ਬੋਲਦੇ ਆ। ਬਿਨ ਸਾਵਣ ਘਨ ਹਰ ਗਰਜੈ, ਬਾਦਲ ਬਿਨ ਵਰਖਾ ਹੋਈ। ਤੇ ਸਾਥੀ ਪੁੱਛਦੇ ਆ, ਭਗਤ ਜੀ ਇਹ ਕਿੱਥੋਂ ਦੀ ਗੱਲ ਹੈ, ਕਿੱਥੇ ਕੁਝ ਹੋ ਰਿਹਾ ਹੈ? ਬਾਹਰ ਤਾਂ ਜੇਠ ਠਾੜ ਹੈ, ਧੁੱਪ ਨਿਕਲੀ ਹੋਈ ਆ,
ਭਗਤ ਜੀ ਕਹਿੰਦੇ ਜੋ ਤਤ ਵਿਚਾਰੈ ਕੋਈ, ਜਦੋਂ ਕੋਈ ਆਪਣੇ ਆਪੇ ਨੂੰ ਜਾਣਦਾ ਹੈ, ਤਤ ਨੂੰ ਜਾਣਦਾ ਹੈ, ਆਪਣੇ ਆਪ ਨੂੰ ਸਮਝਦਾ ਹੈ, ਤਾਂ ਫਿਰ ਸਭ ਕੁਝ ਇਹਦੇ ਅੰਦਰ ਹੀ ਹੋ ਰਿਹਾ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਪ੍ਰੀਤਮ ਜੀ ਕਹਿੰਦੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੇ ਇੱਥੇ ਕਿਹੜਾ ਮੀਂਹ ਹੈ? ਸ਼ਬਦ ਦਾ ਗਿਆਨ, ਸ਼ਬਦ ਦੇ ਵਿਚਾਰ। ਜਦੋਂ ਸਾਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ ਜਾਂ ਕਿਸੇ ਵੀ ਚੀਜ਼ ਦਾ ਗਿਆਨ ਹੁੰਦਾ ਹੈ, ਉਸ ਵੇਲੇ ਬੰਦੇ ਨੂੰ ਸੁੱਖ ਮਿਲਦਾ। ਕੋਈ ਵੀ ਗਿਆਨ ਪ੍ਰਾਪਤ ਹੋ ਜੇ, ਕਿਸੇ ਵੀ ਚੀਜ਼ ਦੀ ਜਾਣਕਾਰੀ ਮਿਲ ਜੇ ਤੇ ਆਪਾਂ ਖੁਸ਼ ਹੁੰਦੇ ਹਾਂ। ਛੋਟੀ ਜਾਣਕਾਰੀ ਹੈ ਥੋੜ੍ਹੀ ਖੁਸ਼ੀ, ਵੱਡੀ ਜਾਣਕਾਰੀ ਮਿਲ ਜਾਵੇ ਤੇ ਵੱਡੀ ਖੁਸ਼ੀ। ਜਿਵੇਂ ਕਿਸੇ ਨੂੰ ਧਰਤੀ 'ਚੋਂ ਦੱਬਿਆ ਖਜ਼ਾਨਾ ਮਿਲ ਜਾਵੇ ਤੇ ਕਿੰਨੀ ਖੁਸ਼ੀ ਹੋਵੇ। ਇਸੇ ਤਰ੍ਹਾਂ ਹੀ ਜਦੋਂ ਮਨੁੱਖ ਨੂੰ ਆਪਣੇ ਅੰਦਰੋਂ ਇਹ ਸਮਝ ਆ ਜਾਂਦੀ ਆ, ਫਿਰ ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ। ਤਾਂ ਉਸ ਖੁਸ਼ੀ ਨੂੰ ਪਾਤਸ਼ਾਹ ਨੇ ਲਿਖਿਆ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਕਹਿੰਦੀ ਅੰਦਰ ਤਾਂ ਮਾਨੋ ਹੁਣ ਝਿਮ ਝਿਮ ਕਰਕੇ ਮੀਂਹ ਪੈ ਰਿਹਾ ਹੈ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਤੇ ਮਨ ਉਸ ਵਾਰਸ਼ ਵਿੱਚ ਨਹਾ ਰਿਹਾ ਹੈ। ਭਗਤ ਨਾਮਦੇਵ ਜੀ ਦਾ ਇੱਕ ਬਚਨ ਹੋਰ ਇਸੇ ਵਿਸ਼ੇ 'ਤੇ ਹੈ। ਕਹਿੰਦੇ ਦੇਖੋ ਰੇ ਭਾਈ ਗਿਆਨ ਕੀ ਆਈ ਆਂਦੀ। ਦੇਖੋ ਦੇਖੋ ਰੇ ਭਾਈ ਗਿਆਨ ਕੀ ਆਈ ਆਂਦੀ। ਆ ਤਾਂ ਗਿਆਨ ਦੀ ਹਨੇਰੀ ਆ ਗਈ। ਤੇ ਹਨੇਰੀ ਕੀ ਕਰਦੀ ਆ? ਡੱਕੇ ਡੌਲੇ ਘਾਹ ਫੂਸ ਕਾਗਜ਼ ਪੱਤਰ ਲਿਫਾਫੇ ਉਡਾ ਕੇ ਲੈ ਜਾਂਦੀ ਆ ਸਭ ਕੁਝ, ਤੇ ਸਫਾਈ ਹੋ ਜਾਂਦੀ ਆ ਜਾਂ ਹਨੇਰੀ ਵੱਜਦੀ ਆ। ਤਾਂ ਗੁਰੂ ਪਿਆਰਿਓ ਉਸੇ ਤਰ੍ਹਾਂ ਹੀ ਜਦੋਂ ਅੰਦਰ ਗਿਆਨ ਆਉਂਦਾ ਤੇ ਇਹ ਅਗਿਆਨਤਾ ਦੇ ਘਾਹ ਫੂਸ ਨੂੰ ਸਭੇ ਉਡਾਣੀ ਭਰਮ ਕੀ ਟਾਟੀ। ਘਾਹ ਫੂਸ ਸਾਰੇ ਭਰਮ ਦੇ ਜਿਹੜੇ ਕਾਗਜ਼ ਪੱਤਰ ਘਾਹ ਫੂਸ ਸੀ ਸਭ ਉੱਡ ਗਏ, ਭਰਮ ਉੱਡ ਗਏ, ਕਰਮਕਾਂਡ ਖਤਮ ਹੋ ਗਏ। ਦੇਖੋ ਦੇਖੋ ਰੇ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਣੀ ਭਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ। ਜਿਸ ਮਾਇਆ ਦਾ ਬੰਧਨ ਮੈਨੂੰ ਪਿਆ ਹੋਇਆ ਸੀ ਉਹ ਮਾਇਆ ਦਾ ਬੰਧਨ ਵੀ ਟੁੱਟ ਗਿਆ। ਹਨੇਰੀ ਦੇ ਨਾਲ ਕਈ ਦਰਖਤ ਵੀ ਟੁੱਟ ਜਾਂਦੇ ਆ। ਇੱਧਰੋਂ ਗਿਆਨ ਦੇ ਨਾਲ ਮਾਇਆ ਦੇ ਬੰਧਨ ਟੁੱਟ ਗਏ, ਕਰਮਕਾਂਡ ਖਤਮ ਹੋ ਗਏ ਮਨੁੱਖ ਦੇ ਅੰਦਰੋਂ। ਰਹਿ ਨ ਮਾਇਆ ਬਾਂਧੀ। ਤੇ ਫੇਰ ਕਹਿੰਦੇ ਹਨੇਰੀ ਤੋਂ ਬਾਅਦ ਮੀਂਹ ਪੈਂਦਾ। ਆਂਦੀ ਪਾਛੈ ਜੋ ਜਲ ਵਰਖੈ। ਮੀਂਹ ਦੇ ਨਾਲ ਖੁਸ਼ੀ ਹੁੰਦੀ ਆ ਤੇ ਇੱਧਰ ਗਿਆਨ ਤੋਂ ਬਾਅਦ ਖੁਸ਼ੀ ਹੁੰਦੀ ਆ। ਉਹ ਸਤਨਾਮ ਸੀ। ਆਂਦੀ ਪਾਛੈ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ। ਕਹਿਣ ਲੱਗੇ ਉਸ ਤੋਂ ਬਾਅਦ ਫਿਰ ਜਿਹੜਾ ਮੀਂਹ ਪੈਂਦਾ ਉਹਦੇ ਵਿੱਚ ਸਿੱਖ ਭਿੱਜ ਜਾਂਦਾ। ਇਹ ਮਨ ਭਿੱਜ ਗਿਆ ਹੈ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਅੰਧ ਵਿਨੋਦ ਕਰੈ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਫਿਰ ਸਾਡਾ ਮਨ ਦਿਨ ਰਾਤ ਉਸ ਪਰਮੇਸ਼ਰ ਦੇ ਆਨੰਦ ਵਿੱਚ ਡੁੱਬਿਆ ਰਹਿੰਦਾ। ਸਦਾ ਸਦਾ ਹਰ ਕੇਲਾ ਜੀਓ, ਸਦਾ ਹਮੇਸ਼ਾ ਹੀ ਹਰੀ ਦੇ ਨਾਲ ਮਿਲ ਕੇ ਕੇਲਾਂ। ਕੇਲ ਕਹਿੰਦੇ ਹੈ ਖੇਡਾਂ, ਜਿਵੇਂ ਬੱਚੇ ਖੇਡਾਂ ਕਰਦੇ ਆ, ਕੇਲਾਂ ਕਲੋਲਾਂ ਕਰਦੇ ਆ, ਇਸੇ ਤਰ੍ਹਾਂ ਮਨ ਫਿਰ ਪਰਮੇਸ਼ਰ ਨਾਲ ਖੇਡਦਾ। ਜੋ ਤੋਇ ਸਾਧ ਭਰਮ ਕੀ ਪਾਕੇ ਸਾਥੀ, ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਜੇ ਤੂੰ ਖੇਡਣਾ ਹੀ ਹੈ ਤੇ ਉਸ ਪਰਮੇਸ਼ਰ ਦੇ ਪਿਆਰਿਆਂ ਨਾਲ, ਪੱਕਿਆਂ ਨਾਲ, ਪੂਰਿਆਂ ਨਾਲ ਖੇਡ। ਕੱਚੀਆਂ ਪਿੱਲੀਆਂ ਨਾਲ ਕੀ ਖੇਡਣਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਸਦਾ ਹਰ ਕੇਲਾ ਜੀਓ। ਇਹ ਮਨ ਫਿਰ ਉਹਦੇ ਨਾਲ ਖੇਡਾਂ ਕਰਦਾ, ਪਰਮੇਸ਼ਰ ਨਾਲ ਖੇਡਦਾ ਹੈ। ਅੰਧ ਵਿਨੋਦ ਕਰੈ ਦਿਨ ਰਾਤੀ, ਦਿਨ ਰਾਤ ਉਹਦੇ ਨਾਲ ਖੇਡਦਾ ਹੈ, ਕਲੋਲਾਂ ਕਰਦਾ, ਭਾਵ ਉਹਦੇ ਆਨੰਦ ਵਿੱਚ ਡੁੱਬ ਜਾਂਦਾ ਹੈ। ਜਦੋਂ ਆਪਣੇ ਅੰਦਰੋਂ ਇਹ ਅਮਰ ਦੀਆਂ ਧਾਰਾਂ ਪੀਂਦਾ ਹੈ ਤੇ ਫਿਰ ਮਸਤੀ ਵੀ ਚਲਿਆ ਜਾਂਦਾ ਹੈ। ਤੇ ਉਸ ਮਸਤੀ ਦੇ ਵਿੱਚੋਂ ਫਿਰ ਇਹ ਪਰਮੇਸ਼ਰ ਨਾਲ ਮਿਲ ਕੇ ਇੱਕ ਮਿੱਕ ਹੋ ਜਾਂਦਾ ਹੈ। ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ। ਤੇ ਹੁਣ ਕੇਲਾ ਤਾਂ ਕਰਨੀਆਂ ਹੀ ਆ। ਬੜੇ ਲੰਬੇ ਸਮੇਂ ਦਾ ਵਿਛੜਿਆ ਹੋਇਆ ਜੀਵ ਜਦੋਂ ਪਰਮੇਸ਼ਰ ਨਾਲ ਮਿਲਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇਹ ਸੰਜਰੀ। ਨਾਮਦੇਵ ਜੀ ਕਹਿੰਦੇ ਇਸ ਤਰ੍ਹਾਂ ਦਾ ਵਾਤਾਵਰਨ ਬਣ ਗਿਆ ਜਿਵੇਂ ਮੀਂਹ ਪੈਂਦਾ ਹੋਵੇ।
ਮੀਂਹ ਪੈਣ ਦਾ ਮਤਲਬ ਅੰਦਰ ਖੁਸ਼ੀ ਵਰਤ ਰਹੀ ਹੈ ਭਗਤ ਨਾਮਦੇਵ ਜੀ ਦੇ, ਜਿਸ ਨੂੰ ਉਹਨਾਂ ਨੇ ਜ਼ਾਹਰ ਇਸ ਤਰ੍ਹਾਂ ਕੀਤਾ ਜਿਵੇਂ ਝਿਮਝਿਮ ਵਰਸੈ ਅੰਮ੍ਰਿਤ ਧਾਰਾ। ਅੰਦਰੋਂ ਜਦੋਂ ਗਿਆਨ ਪੈਦਾ ਹੋਇਆ ਤੇ ਗਿਆਨ ਦੇ ਨਾਲ ਹੀ ਸਮੈ ਉਡਾਣੀ ਭਰਮ ਕੀ ਟਾਟੀ ਰਹਿ ਨ ਮਾਇਆ ਬਾਂਧੀ, ਆਂधी ਪਾਛੈ ਜੋ ਜਲ ਵਰਖੈ ਤਿਹ ਤੇਰਾ ਜਨ ਭੀਨਾ। ਫਿਰ ਇਹ ਮਨ ਉਹਦੇ ਵਿੱਚ ਭਿੱਜ ਗਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਝਿਮਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ। ਹੁਣ ਦਿਨ ਰਾਤ ਉਸ ਦੇ ਆਨੰਦ ਵਿੱਚ ਡੁੱਬਿਆ ਹੋਇਆ ਸਦਾ ਸਦਾ ਹਰਕੇਲਾ ਜੀਓ ਹਮੇਸ਼ਾ ਉਸ ਦੀਆਂ ਖੇਡਾਂ ਦੇ ਵਿੱਚ ਖੇਡਦਾ ਰਹਿੰਦਾ। ਜਨਮ ਜਨਮ ਕਾ ਵਿਛੜਿਆ ਮਿਲਿਆ। ਬੜੇ ਲੰਬੇ ਸਮੇਂ ਤੋਂ ਬਾਅਦ ਇਹ ਜੀਵ ਔਰ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਜੀਵ ਦਾ। ਜਨਮਾਂ ਜਨਮਾਂਤਰਾਂ ਤੋਂ ਬਾਅਦ ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੋਕਾ ਹਰਿਆ। ਪਰਮੇਸ਼ਰ ਦੇ ਪਿਆਰਿਆਂ ਦੀ ਕਿਰਪਾ ਨਾਲ ਇਹ ਸੁੱਕਾ ਮਨ ਹਰਾ ਹੋ ਗਿਆ। ਤੇ ਹੋਇਆ ਕਿਵੇਂ? ਵਸੰਤ ਕੀ ਵਾਰ ਮਹੱਲ ਪੰਜਵਾ। ਰਾਗ ਵਸੰਤ ਵਿੱਚ ਪਾਤਸ਼ਾਹ ਵਾਰ ਲਿਖਦੇ ਹੋਏ ਬਖਸ਼ਿਸ਼ ਕਰਦੇ ਹਨ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਖੰਤੇ ਪਾਈਐ ਇਹ ਰੁੱਤ ਸੁਹਾਈ। ਵੱਡੇ ਭਾਗਾਂ ਦੇ ਨਾਲ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਮਾਨੋ ਇਹ ਸੋਹਣੀ ਰੁੱਤ ਜਿਵੇਂ ਹੋਵੇ, ਇੱਕ ਜੇਠ ਹਾੜ ਦੀ ਰੁੱਤ ਹੈ, ਇੱਕ ਸਾਉਣ ਦੀ ਰੁੱਤ ਹੈ, ਇੱਕ ਭਾਦੋਂ ਦੀ ਰੁੱਤ ਹੈ। ਤੇ ਇਹਨਾਂ ਰੁੱਤਾਂ ਦੇ ਵਿੱਚੋਂ ਸਾਵਣ ਦੀ ਰੁੱਤ ਸਾਰਿਆਂ ਨੇ ਚੰਗੀ ਸਮਝੀ ਹੈ। ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। ਜਿਵੇਂ ਸਾਉਣ ਦੇ ਮਹੀਨੇ ਵਿੱਚ ਥੋੜ੍ਹੀ ਗਰਮੀ ਘਟ ਜਾਂਦੀ ਹੈ, ਮੀਂਹ ਵੱਧ ਜਾਂਦਾ ਹੈ, ਬਾਰਿਸ਼ ਹੋਣ ਲੱਗ ਜਾਂਦੀ ਹੈ, ਥੋੜ੍ਹੀ ਰਾਹਤ ਮਿਲਦੀ ਹੈ ਜੀਵਾਂ ਨੂੰ, ਪਸ਼ੂ ਪੰਛੀਆਂ ਨੂੰ, ਮਨੁੱਖਾਂ ਨੂੰ। ਇਸੇ ਤਰ੍ਹਾਂ ਹੀ ਇਹ ਜੀਵ ਇਸਤਰੀ ਵੀ ਮਾਲਕ ਨਾਲ ਮਿਲ ਕੇ ਖੁਸ਼ ਹੁੰਦੀ ਹੈ। ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ। ਜਿਵੇਂ ਕੋਈ ਇਸਤਰੀ ਆਪਣੇ ਮਾਲਕ ਨਾਲ ਮਿਲ ਕੇ ਰਸ ਮਾਣਦੀ ਹੈ, ਆਨੰਦ ਮਾਣਦੀ ਆ, ਉਸੇ ਤਰ੍ਹਾਂ ਹੀ ਇਹ ਜੀਵ ਆਤਮਾ ਮਾਲਕ ਨਾਲ ਮਿਲ ਕੇ ਰਸ ਮਾਣਦੀ ਆ। ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ, ਮਨਤਾ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਜਿਨ੍ਹਾਂ ਦਾ ਤਨ ਤੇ ਮਨ ਇੱਕ ਪਰਮੇਸ਼ਰ ਨਾਲ ਰੰਗਿਆ ਗਿਆ, ਜਿਨ੍ਹਾਂ ਦਾ ਤਨ ਮਨ ਇੱਕ ਪਰਮੇਸ਼ਰ ਨਾਲ ਜੁੜ ਗਿਆ, ਰੰਗਿਆ ਗਿਆ, ਇੱਕੋ ਨਾਮ ਆਧਾਰ। ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਨਾਮ ਦਾ ਵਾਸਾ ਹੋ ਗਿਆ, ਉਹ ਹਮੇਸ਼ਾ ਆਨੰਦ ਮਾਣਦੀਆਂ। ਤੇ ਉਹਨਾਂ ਨੂੰ ਮਾਲਕ ਆਪਣੇ ਨਾਲ ਮੇਲ ਕੇ ਆਪਣੀਆਂ ਬਣਾ ਲੈਂਦਾ। ਉਹ ਫਿਰ ਝਿਮਝਿਮ ਵਰਸੈ ਅੰਮ੍ਰਿਤ ਧਾਰਾ ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੀਆਂ। ਮਨ ਜੀਵੈ ਸੁਣ ਮਨ ਪੀਵੈ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ। ਫਿਰ ਉਹ ਜੀਵ ਇਸਤਰੀਆਂ, ਜੀਵ ਰੂਹਾਂ, ਨਾਮ ਜਪਣ ਵਾਲੀਆਂ ਰੂਹਾਂ ਮਾਲਕ ਦੇ ਨਾਲ ਮਿਲ ਕੇ ਆਨੰਦ ਮਾਣਦੀਆਂ। ਸਦਾ ਸਦਾ ਹਰ ਕੇਲਾ ਜੀਓ ਉਹਦੇ ਨਾਲ ਖੇਡਾਂ ਕਰਦੀਆਂ, ਭਾਵ ਪਰਮੇਸ਼ਰ ਨਾਲ ਜੁੜ ਕੇ ਆਨੰਦ ਮਾਣਨਾ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜਨਮ ਜਨਮ ਕਾ ਵਿਛੜਿਆ ਮਿਲਿਆ। ਇਹ ਉਹ ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਇਹ ਜੀਵ ਜਦੋਂ ਆਪਣੇ ਘਰ ਵੱਲ ਜਾਂਦਾ ਹੈ, ਜਿਸ ਤਰ੍ਹਾਂ ਕੋਈ ਮਾਤਾ ਦਾ ਵਿਛੜਿਆ ਹੋਇਆ ਬੱਚਾ ਕਈ ਦਿਨਾਂ ਦੇ ਬਾਅਦ ਜਦ ਮਿਲ ਜਾਵੇ ਤੇ ਮਾਂ ਗਲਵੱਕੜੀ 'ਚ ਲੈ ਕੇ ਫਿਰ ਛੱਡਦੀ ਨਹੀਂ, ਕਿੰਨਾ ਪਿਆਰ ਕਰਦੀ ਹੈ, ਚੁੰਮਦੀ ਹੈ, ਮੇਰਾ ਪੁੱਤਰ ਕਿੱਥੇ ਚਲਿਆ ਗਿਆ ਸੀ। ਇਸੇ ਤਰ੍ਹਾਂ ਹੀ ਪਰਮੇਸ਼ਰ ਵੀ ਇਹ ਜੀਵ ਨੂੰ ਆਪਣੇ ਵੱਲ ਬੁਲਾਉਂਦਾ। ਬਾਣੀ ਦਾ ਬਚਨ ਹੈ, ਤੁਮ ਘਰ ਆਵੋ ਮੇਰੇ ਮੀਤ ਮਿੱਤਰਾ, ਹੁਣ ਤੂੰ ਘਰੇ ਆ ਜਾ। ਬਹੁਤ ਚਿਰ ਹੋ ਗਿਆ ਵਿਛੜੇ ਹੋਏ ਨੂੰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਰ ਦੇਹ ਸੰਜਰੀਆ। ਬੜੇ ਲੰਬੇ ਸਮੇਂ ਦੇ ਬਾਅਦ ਤੈਨੂੰ ਮਨੁੱਖਾ ਦੇਹੀ ਦਿੱਤੀ ਗਈ ਹੈ ਘਰੇ ਜਾਣ ਵਾਸਤੇ, ਕਿਉਂਕਿ ਮਨੁੱਖਾ ਦੇਹੀ ਦੇ ਵਿੱਚ ਹੀ ਇਹ ਗਿਆਨ ਹੈ। ਮਨੁੱਖਾ ਦੇਹੀ ਹੀ ਸਾਨੂੰ ਗੁਰੂ ਨਾਲ ਮਿਲਾਉਂਦੀ ਹੈ। ਬਾਕੀ 84 ਲੱਖ ਜੂਨਾਂ ਦੇ ਵਿੱਚ ਮਿਲਣ ਦਾ ਇੰਤਜ਼ਾਮ ਨਹੀਂ ਹੈ ਜੈਸਾ ਮਨੁੱਖਾ ਜਾਮੇ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਾਨਸ ਜਾਮਾ ਜਿਹੜਾ ਹੈ ਦੁਰਲਭ ਹੈ।
बड़ा सुंदर है। मानस जन्म दुलंभ गुरमुख पाया, मन तन होए चुलंभ जे सतगुर पाया। इनू होर भी सोहना बनाओ, गुरु नूं मिल के गुरु वाले बन के। सतगुरु पातशाह जी बख्शिश करते हैं, जदों ये सिख परमेश्वर नाल जुड़ता है तो फिर की होता है? जन्म जन्म का बिछड़िया मिलिया, कई जन्मां का बिछड़िया होया वापस मिल गया। हर का नाम ते आए कै हो हरिया भाई, कर्म लखन ते पाई है एह रुत सुहाई। मनुखा जीवन रूपी रुत, मानस जामा रुत, 84 लाख रुत्तां दे विचों ये रुत वधिया है। इहदे राही मिलाप हो सकता परमेश्वर दे नाल। ये रुत सुहाई, वन त्रण त्रै भवन मौलिया, अमृत फल पाई। जदों सावन की रुत चढ़ती है, मीह पैंदे है तो दरख्तां दे नवे पत्ते निकल आउंदे आ। जेठ हाड़ दे सुके हुए दरख्त दुबारा हरे हो जाते हैं। इस तरह ही असी 84 लाख जूना के सुकाए हुए मनुखा जन्म विच गुरु वाले बन के दोबारा हरे हो सकते हैं। प्रीतम जी कहते हर का नाम ते आए कै हो हरिया भाई, कर्म लखन ते पाई है ए रुत सुहाई। वन त्रिण त्रै भवन मौलिया, अमृत फल पाई। आ देख रुत का असर, बसंत रुत का असर होया दरख्तां दे उत्ते, वो दुबारे हरे भरे हो गए। तेरे ते कदों असर होवेगा? मनुख नूं पातशाह जी कहते हैं तेरे ते कदों असर होवेगा? तू भी असर मन कोई। पातशाह जी बख्श ए रुत सुहाई, वन त्रिण त्रै भवन मौलिया, अमृत फल पाई। मिल साधु सुख उपजे। ते तू हरा किवें होएगा? गुरमुखां की संगत करके, साधुआं की नाम जपण वालियां रूहां नूं मिल के। साध किरपा ते सूका हरिया, मिल साधु सुख उपजै, अमृत फल पाई। मिल साधु सुख उपजै, लथी सब शाई। इस तरह शाई हुंदा जो शरीर दे विच कमजोरी आ गई, आत्मा विच कमजोरी आ गई, मन विच कमजोरी आ गई, जिहड़ी पंजे विषय विकार जिहड़े मन विच प्रवेश कर गए, इन्हां कमजोरियां नूं खत्म करन वास्ते गुरु की किरपा लैण दी लोड़ है। साध किरपा ते सूका हरिया, सुमत पाए नाम ते आए। गुरमुख होए मेला जियो, साधुआं ने भाव गुरुआं ने, दसां गुरुआं की बाणी ने, भगतां की बाणी ने साडा मार्गदर्शन किया, ज्ञान देना किया। इस तरह इस ज्ञान ने सानू सुक्किआं नूं हरे कर दिता। सुके हरे किए गुरदेव। सतगुरां दे पवित्र बाणी दे विच बचनां विच बड़ी पावर है, ताकत है। बाबा श्री चंद जी के समय की गल करिए, उन्हां समयां दे विच जदों बाबा श्री चंद जी श्री ਅੰਮ੍ਰਿਤਸਰ ਸਾਹਿਬ ਰਹਿੰਦੇ ਸਨ, ਜਿੱਥੇ ਉਹਨਾਂ ਦਾ ਸਥਾਨ ਸੀ ਬ੍ਰਹਮ ਬੂਟਾ, ਉਹਨਾਂ ਨੂੰ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਲੈ ਕੇ ਆਏ ਸਨ ਕਿ ਤੁਸੀਂ ਸਾਡੇ ਕੋਲ ਇੱਥੇ ਰਹੋ। ਤਾਂ ਉਹਨਾਂ ਨੇ ਪਰਿਕਰਮਾ ਦੇ ਬਾਹਰਲੀ ਸਾਈਡ ਦੇ ਉੱਤੇ ਇੱਕ ਸਥਾਨ ਦਿੱਤਾ, ਜਿੱਥੇ ਉਹਨਾਂ ਨੇ ਆਪਣਾ ਡੇਰਾ ਬਣਾਇਆ। ਉਸ ਦਾ ਨਾਮ ਅੱਜ ਬ੍ਰਹਮ ਬੂਟਾ ਹੈ। ਦੱਸਦੇ ਆ ਉਹਨਾਂ ਦੇ ਕੋਲ ਇੱਕ ਮਾਤਾ ਰੋਜ਼ ਝਾੜੂ ਦੀ ਸੇਵਾ ਕਰਦੀ ਹੈ। कई सालों तो झाड़ू की सेवा कर रही है। वो चलदियाँ चलदियाँ वड्डी उम्र हो गई, बुढ़ी हो गई, पर वो बच्चा कोई नहीं सी होया। तो एक दिन महापुरुषों को बाबा श्री चंद जी को पता लग्या, कहने पता लग्या तो उन्होंने मन में मेहर पई भी माता किन्ने समय तो सेवा कर रही है, यदा भी घर वसना चाहिए। बैठे बैठे धूने कोल कहन लगे माई हरो, उसका नाम सी हरो, हर कौर भी कहते, मुड़ के छोटे नाम बन जाते हैं हरो, मरो आदि आदि। तो बाबा श्री चंद कहन लगे हरो हरो भरो। वो भी समझ गई रमजा नूं साधुआं दी संगत करती सी। वो कहन लगी नहीं महाराज किरपा करो, बस हुण तां सारी जिंदगी बतीत हो गई, हुण तां ऐदां ही निभ जावे कोई सतनाम। बाबा श्री चंद कहने माई हरो हरो भरो। उन्हें फिर जवाब दे दिता, कहती नहीं महाराज हुण सानू बच्चे की लोड़ नहीं है, हुण तां बहुत ही टप गई, थोड़ी रह गई। जदों माता ने कहते जवाब दे दिता तो हुण महापुरुषों ने बचन करते सी, साध जे बोले सहज सुभाए, साध का बोलिया बिरथा ना जाए। उसे जोश विच कहते उस धूने दे विचों एक लक्कड़ चक्की बलदी हुई बोड़ थी,
ਤੇ ਮੱਚਦਾ ਪਾਸਾ ਜੋਸ਼ ਨਾਲ ਧਰਤੀ 'ਚ ਗੱਡ ਦਿੱਤਾ। ਕਹਿੰਦੇ ਜਾ ਫਿਰ ਤੂੰ ਹੀ ਹਰੋ ਭਰੋ ਕੋ ਸਤਨਾਮ ਸੀ। ਇੰਨਾ ਕਹਿੰਦਿਆਂ ਹੀ ਉਹ ਲੱਕੜ ਜਿਹੜੀ ਸੀ ਨਾ ਉਹ ਹਰੀ ਹੋਣੀ ਸ਼ੁਰੂ ਹੋ ਗਈ। ਜਦੋਂ ਕਿ ਸੁੱਕੀ ਲੱਕੜ ਸੀ, ਮੱਚ ਰਹੀ ਸੀ ਅੱਗ ਦੇ ਵਿੱਚ, ਤਾਂ ਜਦੋਂ ਵਚਨ ਕੀਤੇ ਚੱਲ ਫਿਰ ਤੂੰ ਹੀ ਹਰੋ ਭਰੋ, ਤੇ ਉਹ ਲੱਕੜ ਜਿਹੜੀ ਸੀ ਉਹ ਵੀ ਹਰੀ ਹੋ ਗਈ। ਇਹ ਗੁਰੂ ਚਾਹੇ ਤਾਂ ਸੁੱਕੀਆਂ ਲੱਕੜਾਂ ਵੀ ਹਰੀਆਂ ਕਰ ਸਕਦਾ। ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਦੇ ਕੋਲ ਮਾਤਾ ਆਉਂਦੀ ਹੈ ਇੱਕ, ਕਹਿੰਦੀ ਜੀ ਪੁੱਤਰ ਦੀ ਦਾਤ ਬਖਸ਼ੋ। ਪਾਤਸ਼ਾਹ ਕਹਿੰਦੇ ਤੇਰੇ ਭਾਗਾਂ ਵਿੱਚ ਲਿਖਿਆ ਨਹੀਂ। ਤਾਂ ਗੁਰੂ ਪਿਆਰਿਓ ਮੁੜ ਜਾਂਦੀ ਹੈ ਨਿਰਾਸ਼ ਹੋ ਕੇ, ਤੇ ਅੱਗੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਮਿਲਦੇ ਹਨ। ਉਹ ਪੁੱਛਦੇ ਆ ਮਾਤਾ ਜੀ ਕਿਵੇਂ ਆਏ ਸੀ, ਤੁਸੀਂ ਨਿਰਾਸ਼ ਲੱਗਦੇ ਹੋ। ਕਹਿਣ ਲੱਗੇ ਕੀ ਦੱਸਾਂ ਵੀਰ, ਮੈਂ ਸਾਰੇ ਦਰਾਂ ਤੋਂ ਬਾਅਦ ਇਸ ਦਰ 'ਤੇ ਆਈ ਸੀ ਵੀ ਸ਼ਾਇਦ ਇੱਥੋਂ ਮਿਹਰ ਪੈ ਜੇ। ਸਾਡੇ ਬੱਚਾ ਨਹੀਂ ਹੈ ਕੋਈ, ਪਰ ਇੱਥੋਂ ਵੀ ਮਹਾਰਾਜ ਕਹਿੰਦੇ ਲਿਖਿਆ ਨਹੀਂ ਹੈਗਾ। ਭਾਈ ਗੁਰਦਾਸ ਜੀ ਹੁਣ ਇੱਕ ਸੰਤ ਹੈ, ਗੁਰੂ ਘਰ ਦੇ ਵਜ਼ੀਰ ਹੈ, ਮਹਾਨ ਪਦਵੀ ਹੈ ਭਾਈ ਗੁਰਦਾਸ ਜੀ ਦੀ ਗੁਰੂ ਘਰ ਦੇ ਵਿੱਚ। ਤਾਂ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਕਹਿਣ ਲੱਗੇ ਵਾਹ ਬੇਬੀ ਇੰਨੀ ਗੱਲ 'ਤੇ ਨਿਰਾਸ਼ ਹੋ ਗਈ, ਤੈਨੂੰ ਮੈਂ ਜੁਗਤੀ ਦੱਸ ਦਿੰਦਾ। ਕੋ ਸਤਨਾਮ ਕੀ ਥੋੜ੍ਹਾ ਅੱਖਾਂ ਚਮਕੀਆਂ, ਥੋੜ੍ਹਾ ਖੁਸ਼ੀ ਹੋਈ। ਕਹਿਣ ਲੱਗੇ ਕੀ ਵੀਰੇ, ਕਹਿੰਦੇ ਇੱਦਾਂ ਕਰ ਅੱਜ ਤਾਂ ਤੂੰ ਜਾ ਘਰ ਨੂੰ, ਕੱਲ੍ਹ ਨੂੰ ਦੁਬਾਰਾ ਕਾਗਜ਼ ਕਲਮ ਸਿਆਹੀ ਲੈ ਕੇ ਆਈ। ਪਹਿਲਾਂ ਸਿਆਹੀ ਸੀਸੀਆਂ ਵਿੱਚ ਹੁੰਦੀ ਸੀ, ਦਵਾਤਾਂ ਵਿੱਚ ਹੁੰਦੀ ਸੀ, ਕਾਨੀ ਹੁੰਦੀ ਸੀ, ਕਾਗਜ਼ ਹੁੰਦਾ ਸੀ। ਕਹਿੰਦੇ ਕੱਲ੍ਹ ਨੂੰ ਇਹ ਤਿੰਨੇ ਚੀਜ਼ਾਂ ਆਪਦੇ ਹੱਥ 'ਚ ਲੈ ਕੇ ਆਈ ਅਤੇ ਮੈਂ ਤੈਨੂੰ ਦੱਸੂੰਗਾ। ਕਹਿਣ ਲੱਗੇ ਠੀਕ ਆ। ਉਹ ਦੂਜੇ ਦਿਨ ਆਈ, ਹੱਥ ਵਿੱਚ ਕਲਮ ਸਿਆਹੀ ਦੀ ਦਵਾਤ 'ਤੇ ਕਾਗਜ਼ ਲੈ ਕੇ ਆ ਗਈ। ਭਾਈ ਗੁਰਦਾਸ ਨੂੰ ਮੇਰੀ ਦੱਸ ਭਾਈ ਹੁਣ ਕੀ ਕਰਾਂ। ਉਹ ਕਹਿਣ ਲੱਗਿਆ ਹੁਣ ਤੂੰ ਜਾ ਗੁਰੂ ਸਾਹਿਬ ਕੋਲ, ਗੁਰੂ ਸਾਹਿਬ ਨੂੰ ਬੇਨਤੀ ਕਰਕੇ ਮਹਾਰਾਜ ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਮਿਲ ਜੇ। ਉਹਨਾਂ ਨੇ ਫਿਰ ਤੈਨੂੰ ਕਹਿਣਾ ਵੀ ਲਿਖਿਆ ਨਹੀਂ ਹੈਗਾ। ਤੇ ਜਦੋਂ ਉਹ ਕਹਿਣਗੇ ਨਾ ਤੇਰੇ ਭਾਗਾਂ 'ਚ ਲਿਖਿਆ ਨਹੀਂ ਹੈਗਾ, ਤੇ ਤੂੰ ਕਹਿਦੀ ਪੂਰੀ ਸ਼ਰਧਾ ਭਰੋਸੇ ਦੇ ਨਾਲ, ਦ੍ਰਿੜ ਭਰੋਸੇ ਦੇ ਨਾਲ ਕਹੀਂ ਵੀ ਮਹਾਰਾਜ ਤੁਸੀਂ ਲਿਖਣਾ ਸੀਗਾ, ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਬਸ ਫਿਰ ਉਹਨਾਂ ਨੇ ਮਿਹਰ ਕੀਤੀ ਤਾਂ ਤੇਰੇ ਬੱਚਾ ਹੋ ਜਾਵੇਗਾ। ਇੰਨੀ ਗੱਲ ਲੈ ਕੇ ਬੀਬੀ ਚਲੀ ਗਈ ਪਾਤਸ਼ਾਹ ਕੋਲ। ਕਹਿੰਦੇ ਪਾਤਸ਼ਾਹ ਕਿਧਰੇ ਜਾ ਰਹੇ ਸੀ ਘੋੜੇ 'ਤੇ ਸਵਾਰ, ਇਹ ਅੱਗੋਂ ਗਈ ਤੇ ਪਾਤਸ਼ਾਹ ਰੁਕ ਗਏ। ਆਓ ਮਾਤਾ, ਪਾਤਸ਼ਾਹ ਕੱਲ੍ਹ ਵੀ ਬੇਨਤੀ ਕੀਤੀ ਸੀ ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਦੀ ਕਿਰਪਾ ਕਰੋ। ਪਾਤਸ਼ਾਹ ਕਹਿੰਦੇ ਬੀਬੀ ਤੈਨੂੰ ਕਿਹਾ ਸੀ ਨਾ ਤੇਰੇ ਭਾਗਾਂ 'ਚ ਲਿਖਿਆ ਨਹੀਂ ਹੈਗਾ। ਤੇ ਕਹਿੰਦੀ ਮਹਾਰਾਜ ਲਿਖਣਾ ਤਾਂ ਤੁਸੀਂ ਸੀ ਨਾ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਜਿੱਥੇ ਟੱਕਰ ਗਿਆ ਉੱਥੇ ਮਿਲ ਗਿਆ, ਉੱਥੇ ਲਿਖ ਦੇਵੇ। ਤੇ ਸਤਿਗੁਰੂ ਪਾਤਸ਼ਾਹ ਜੀ ਹੱਸ ਪਏ ਵੀ ਜਿਹੜੀ ਸ਼ਰਧਾ ਹੈ, ਸ਼ਰਧਾ ਹੋਵੇ ਤੇ ਕੀ ਨਹੀਂ ਹੋ ਸਕਦਾ, ਭਰੋਸਾ ਹੋਵੇ ਤਾਂ ਜਿਹੜਾ ਭਰੋਸਾ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ ਫਿਰ ਜੇ ਤੈਨੂੰ ਪਤਾ ਹੈ ਤਾਂ ਫਿਰ ਲਿਖ ਦਿੰਦੇ ਆ। ਤੇ ਉਹਨਾਂ ਨੇ ਕਾਗਜ਼ ਲਿਆ, ਕਲਮ ਸਿਆਹੀ ਵਿੱਚ ਲਾਈ ਤੇ ਲਿਖਣ ਲੱਗੇ ਇੱਕ ਪੁੱਤਰ। ਗੁਰਮੁਖੀ ਦਾ ਏਕਾ, ਜੇ ਆਪਾਂ ਇੱਦਾਂ ਕਰਕੇ ਪਿਛਾਂਹ ਨੂੰ ਪੂਛ ਮੋੜ ਦਈਏ ਤਾਂ ਏਕਾ ਬਣ ਜਾਂਦਾ ਹੈ, ਜੇ ਉਹੀ ਗਾਂਹ ਨੂੰ ਕਰ ਦਈਏ ਤਾਂ ਸਾਤਾ ਬਣ ਜਾਂਦਾ। ਕੋਈ ਸਤਨਾਮ। ਇੱਕ ਪੁੱਤਰ ਦੀ ਦਾਤ ਬਖਸ਼ਦਿਆਂ ਨੇ ਏਕੇ ਦੀ ਥਾਂ 'ਤੇ ਸਾਤਾ ਪਾਤਾ। ਤੇ ਕਹਿੰਦੇ ਲੈ ਦੇਣਾ ਤਾਂ ਇੱਕੋ ਹੀ ਸੀ, ਪਰ ਜਾ 7 ਲਿਖੇ ਗਏ, ਹੁਣ ਤੇਰੇ 7 ਹੋਣਗੇ। ਕੋਈ ਸਤਨਾਮ ਸੀ। ਐਂ ਕਰੀ ਤੂੰ ਇੱਕ ਪੁੱਤਰ ਤੂੰ ਰੱਖ ਲਈ, 6 ਸਾਨੂੰ ਦੇ ਦੀ, ਜੰਗਾਂ ਜੁੱਗਾਂ ਸਾਡੇ ਨਾਲ ਸਾਥ ਦੇਣਗੇ। ਉਹ ਕਹਿੰਦੀ ਮਹਾਰਾਜ ਮੈਂ ਥੋੜ੍ਹਾ ਦੇ ਸਕਦੀ ਹਾਂ, ਤੁਸੀਂ ਤਾਂ ਦਾਤੇ ਹੋ, ਅਸੀਂ ਤਾਂ ਮੰਗਤੇ ਹਾਂ, ਮੰਗ ਤਾਂ ਕਿਸੇ ਨੂੰ ਕੀ ਦੇਵੇ। ਮੈਨੂੰ ਤਾਂ 7 ਦੀ ਉਹੀ ਲੋੜ ਹੈ। ਕਹੋ ਸਤਨਾਮ। ਹੁਣ 7 ਦੇ ਪਿੱਛੇ ਵੀ ਨਹੀਂ ਸਰਦਾ। ਕਹਿੰਦੀ ਕੋਈ ਖੇਤ ਜਾਊਗਾ, ਕੋਈ ਰੋਟੀ ਲੈ ਕੇ ਜਾਊਗਾ, ਕੋਈ ਮੰਡੀ ਜਾਊਗਾ, ਸਾਰਿਆਂ ਦੇ ਕੰਮ ਹੀ ਗਿਣਾਤੇ। ਪਾਤਸ਼ਾਹ ਨੂੰ ਵੀ ਪਤਾ ਹੈ ਵੀ ਗ੍ਰਸਤੀਆਂ ਨੂੰ ਬੱਚਿਆਂ ਦੀ ਜ਼ਰੂਰਤ ਹੈ। ਇਸ ਕਰਕੇ ਪਾਤਸ਼ਾਹ ਹੱਸ ਪਏ, ਖੁਸ਼ ਹੋਏ, ਕਹਿੰਦੇ ਚੰਗਾ ਜਾ 7 ਹੀ ਰੱਖ ਲਾ, ਪਰ ਗੁਰਪੁਰਬਾਂ ਦੇ ਦਿਹਾੜਿਆਂ 'ਤੇ ਆਇਆ ਕਰ। ਹਾਂਜੀ ਕਹਿੰਦੇ ਉਦੋਂ ਅਸੀਂ ਸਾਰੇ ਆਇਆ ਕਰਾਂਗੇ, ਮੈਂ ਵੀ ਨਾਲ ਆਇਆ ਕਰੂੰਗੀ। ਕਹੋ ਸਤਨਾਮ। ਤੋ ਕਹਿਣ ਤੋਂ ਭਾਵ ਹੈ ਜੇ ਗੁਰੂ ਚਾਹੇ ਤੇ ਸੁੱਕਿਆਂ ਨੂੰ ਹਰੇ ਕਰ ਸਕਦਾ। ਉਹ ਕਿਹੜਾ ਜੀਵ ਹੈ ਜਿਹਦੇ ਵਿੱਚ ਤੇ ਕਿਰਪਾ ਕਰਕੇ ਉਹਨੇ ਸੁੱਕੇ ਹਰੇ ਨਹੀਂ ਕੀਤੇ। ਤੇ ਸੁੱਕਿਆ ਸਾਡਾ ਮਨ ਵੀ ਹੈ, ਜਨਮਾਂ ਜਨਮਾਂਤਰਾਂ ਤੋਂ ਪਰਮੇਸ਼ਰ ਨੂੰ ਭੁੱਲਿਆ ਹੋਇਆ ਹੈ। ਤੇ ਪਾਤਸ਼ਾਹ ਜੀ ਕਹਿੰਦੇ ਸਾਧ ਕਿਰਪਾ ਤੇ ਸੋਕਾ ਹਰਿਆ।
ਗੁਰੂ ਦੀ ਕਿਰਪਾ ਸਦਕਾ ਸੁੱਕਾ ਹਰਾ ਹੋ ਗਿਆ। ਭਾਈ ਭਗਤੂ ਦਾ ਜਨਮ ਬਾਬੇ ਗੁਰੂ ਰਾਮਦਾਸ ਜੀ ਦੇ ਹੁਕਮਾਂ ਨਾਲ ਹੀ ਹੋਇਆ ਸੀ। ਕੋ ਸਤਨਾਮ। ਜਦ ਇਹਨਾਂ ਦੇ ਮਾਤਾ ਪਿਤਾ ਨੇ ਸੇਵਾ ਕੀਤੀ ਤੇ ਸੇਵਾ ਉਹਨਾਂ ਦੀ ਪ੍ਰਵਾਨ ਹੋਈ ਤੇ ਇੱਕ ਦਿਨ ਰਾਮਦਾਸ ਪਾਤਸ਼ਾਹ ਜੀ ਨੇ ਬੁਲਾ ਲਿਆ। ਕਹਿੰਦੇ ਬਾਬਾ ਆਦਮ ਬੜੀ ਲੰਬੀ ਸੇਵਾ ਕੀਤੀ ਆ, ਮੰਗ ਲਾ ਕੁਛ। ਕਹਿੰਦੇ ਨਹੀਂ ਮਹਾਰਾਜ ਕੁਛ ਨਹੀਂ ਮੰਗਣਾ। ਕਹਿੰਦੇ ਕੁਛ ਤਾਂ ਮੰਗ ਲਾ, ਜਿਹੜੇ ਕੰਮ ਆਇਆ ਸੀ ਉਹ ਮੰਗ ਲਾ। ਘਰੋਂ ਗਏ ਸੀ ਇਸੇ ਕਰਕੇ ਵੀ ਸ਼ਾਇਦ ਉੱਥੋਂ ਬੱਚਾ ਹੋ ਜੇ, ਸਾਡੇ ਪੁੱਤਰ ਹੋ ਜੇ, ਕਿਉਂਕਿ ਜ਼ਮੀਨ ਜਾਇਦਾਦ ਬਹੁਤ ਸੀ ਇਹ ਬਠਿੰਡੇ ਇਲਾਕੇ ਵਿੱਚ ਉਹਨਾਂ ਦੀ। ਤੇ ਫਿਰ ਜ਼ਮੀਨ ਜਾਇਦਾਦ ਸੋਚਦਾ ਹੀ ਹੈ ਵੀ ਇਹਦਾ ਕੋਈ ਮਾਲਕ ਤਾਂ ਹੋਵੇ ਨਾ ਗਾਹਾਂ ਨੂੰ ਸਾਡੇ ਤੋਂ ਬਾਅਦ। ਇਸ ਕਰਕੇ ਉਹ ਗਏ ਸੀ, ਪਰ ਆਪਣੇ ਸਰੀਰ ਨੂੰ ਬੁੱਢਾ ਦੇਖ ਕੇ ਜਵਾਬ ਦੇਤਾ। ਕਹਿੰਦੇ ਨਹੀਂ ਮਹਾਰਾਜ ਕੁਛ ਨਹੀਂ ਚਾਹੀਦਾ। ਕਹਿੰਦੇ ਨਹੀਂ ਕੁਛ ਤਾਂ ਮੰਗ ਲਓ ਨਾ, ਮੈਂ ਦੇਣ ਨੂੰ ਤਿਆਰ ਹਾਂ, ਮੈਂ ਦੇਣਾ ਚਾਹੁੰਦਾ। ਗੁਰੂ ਵੀ ਜਦੋਂ ਖੁਸ਼ੀ ਦੇ ਘਰ ਚ ਆਉਂਦਾ ਨਾ ਫਿਰ ਸਿੱਖ ਨੂੰ ਦਿੱਤੇ ਬਿਨਾਂ ਰਹਿੰਦਾ ਨਹੀਂ। ਕੋ ਸਤਨਾਮ ਸ੍ਰੀ। ਬਾਬਾ ਆਦਮ ਕਹਿੰਦਾ ਜੀ ਕੁਛ ਨਹੀਂ ਚਾਹੀਦਾ। ਇੱਕ ਵਾਰੀ ਹੋਰ ਕਹਿਣਾ ਮੰਗ ਲਾ, ਹੁਣ ਤਾਂ ਮੌਕਾ ਹੈ। ਕਹਿੰਦੇ ਨਹੀਂ ਜੀ। ਕਹਿੰਦੇ ਚੰਗਾ ਕੱਲ੍ਹ ਨੂੰ ਦੋਨੇ ਆਇਓ। ਮਾਤਾ ਲੰਗਰ ਸੇਵਾ ਕਰਦੀ ਸੀ, ਬਾਬਾ ਆਦਮ ਜਿਹੜਾ ਸੀਗਾ ਉਹ ਲੱਕੜਾਂ ਲਿਆਉਂਦਾ ਸੀ ਜੰਗਲ ਚੋਂ ਇਕੱਠੀਆਂ ਕਰਕੇ। ਤੇ ਇੱਕ ਦਿਨ ਉਹਨੇ ਪੋਹ ਮਾਘ ਦੇ ਸਮੇਂ ਸੰਗਤਾਂ ਨੂੰ ਉਹਨਾਂ ਲੱਕੜਾਂ ਦੀਆਂ ਧੂਣੀਆਂ ਪਵਾ ਕੇ ਸਕਾਇਆ ਸੀ। ਬਸ ਉਸੇ ਖੁਸ਼ੀ 'ਚ ਆ ਕੇ ਰਾਮਦਾਸ ਜੀ ਦੇਣ ਨੂੰ ਤਿਆਰ ਹੋ ਗਏ। ਦੂਜੇ ਦਿਨ ਦੋਨੇ ਆ ਗਏ। ਹੱਥ ਨੇ ਜਾ ਕੇ ਘਰੇ ਦੱਸਿਆ ਜਿੱਥੇ ਉਤਾਰਾ ਕੀਤਾ ਸੀ ਇਹਨਾਂ ਨੇ, ਕਿਸੇ ਤੰਬੂ 'ਚ ਜਾਂ ਜਗ੍ਹਾ 'ਚ। ਕਹਿੰਦੇ ਮਹਾਰਾਜ ਨੇ ਸੱਦੇ ਆਪਾਂ ਨੂੰ, ਕਹਿੰਦੇ ਤੁਹਾਡੀ ਸੇਵਾ ਦਾ ਫਲ ਦੇਣਾ। ਤੇ ਮਾਈ ਕਹਿੰਦੀ ਫਿਰ ਮੰਗ ਲੈਣਾ ਸੀ ਨਾ ਤੁਸੀਂ। ਕਹਿਣਾ ਸੀ ਸਾਡੇ ਬੱਚਾ ਹੈ ਨਹੀਂ, ਕੋਈ ਪੁੱਤਰ ਦੀ ਦਾਤ ਹੀ ਬਖਸ਼ ਦਿਓ। ਉਹ ਕਹਿੰਦੇ ਮੈਥੋਂ ਤਾਂ ਨਹੀਂ ਮੰਗਿਆ ਗਿਆ, ਤੂੰ ਮੰਗ ਲਈ। ਕੱਲ੍ਹ ਨੂੰ ਸੱਦਿਆ ਦੁਬਾਰੇ, ਦੋਨੇ ਚਲੇ ਗਏ। ਹਾਂ ਮਹਾਰਾਜ ਮਾਤਾ ਜੀ ਤੁਹਾਡੀ ਸੇਵਾ ਪੂਰੀ ਹੋ ਗਈ ਆ, ਪ੍ਰਵਾਨ ਹੋ ਗਈ ਆ, ਕੁਛ ਮੰਗ ਲਓ। ਕਹਿੰਦੇ ਮਹਾਰਾਜ ਮੰਗਣ ਨੂੰ ਜੀ ਤਾਂ ਨਹੀਂ ਕਰਦਾ, ਪਰ ਸਰਦਾ ਵੀ ਨਹੀਂ, ਇੱਕ ਪੁੱਤਰ ਦੀ ਦਾਤ ਚਾਹੀਦੀ ਆ। ਤੇ ਪਾਤਸ਼ਾਹ ਨੇਤਰਬੰਦ ਕਰਕੇ ਕਹਿੰਦੇ ਮਾਤਾ ਪੁੱਤਰ ਤਾਂ ਤੁਹਾਡੇ ਭਾਗਾਂ 'ਚ 7 ਜਨਮਾਂ ਤੱਕ ਨਹੀਂ ਹੈਗਾ। ਇਹ ਤਾਂ ਮਹਾਰਾਜ ਪਤਾ ਹੀ ਆ, ਤਾਈਓ ਤਾਂ ਇੱਥੇ ਆਏ ਸੀ ਵੀ ਸ਼ਾਇਦ ਇੱਥੋਂ ਮਿਲ ਜੇ। ਕਹਿੰਦੇ ਪਰ ਇੱਥੋਂ ਮਿਲੂਗਾ, ਤੇਰੇ ਭਾਗਾਂ 'ਚ ਤਾਂ ਹੈ ਨਹੀਂ, ਪਰ ਤੁਹਾਡੀ ਸੇਵਾ ਦਾ ਫਲ ਤੁਹਾਨੂੰ ਦੇਣਾ ਪੈਣਾ ਮੈਨੂੰ। ਇਸ ਕਰਕੇ ਮੇਰੇ ਘਰ 4 ਪੁੱਤਰ ਪੈਦਾ ਹੋਣੇ ਸੀ, 3 ਹੋ ਗਏ ਆ, ਅਰਜਨ ਦੇਵ ਜੀ ਔਰ ਪ੍ਰਿਥੀ ਚੰਦ ਅਤੇ ਮਹਾਦੇਵ। ਲੈ ਚੌਥਾ ਪੁੱਤਰ ਹੈ ਮੈਂ ਤੇਰੇ ਘਰੇ ਭੇਜ ਦਿੰਦਾ। ਕੋਈ ਸਤਨਾਮ। ਜਿਹੜਾ ਮੇਰੇ ਘਰੇ ਚੌਥਾ ਪੁੱਤਰ ਹੋਣਾ ਉਹ ਹੁਣ ਤੁਹਾਡੇ ਘਰੇ ਪੈਦਾ ਹੋਵੇਗਾ, ਉਹ ਭਗਤ ਹੋਵੇਗਾ ਰੱਬ ਦਾ, ਉਹਦਾ ਨਾਮ ਭਗਤੂ ਰੱਖੇ। ਤਾਂ ਸਮੇਂ ਦੇ ਬਾਅਦ ਸਾਲ ਬਾਅਦ ਇਹਨਾਂ ਦੇ ਘਰ ਪੁੱਤਰ ਪੈਦਾ ਹੋਇਆ, ਭਾਈ ਭਗਤੂ ਉਹਦਾ ਨਾਮ ਰੱਖਿਆ ਗਿਆ। ਤੇ ਭਾਈ ਦਾ ਸ਼ਬਦ ਉਸ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਲਾਇਆ, ਕਿਉਂਕਿ ਉਹਨੂੰ ਇਤਿਹਾਸ ਦਾ ਪਤਾ ਲੱਗਿਆ ਵੀ ਇਹ ਭਰਾ ਦਾ ਸਾਡਾ ਬਣਨਾ ਸੀਗਾ, ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉੱਧਰ ਭੇਜਤਾ। ਕੋਈ ਸਤਨਾਮ ਸ੍ਰੀ। ਇਸ ਕਰਕੇ ਉਹਨਾਂ ਨੂੰ ਭਾਈ ਦਾ ਤਖਾਲਸ ਜਿਲ ਦਿੱਤਾ, ਭਾਈ ਭਗਤੂ ਨੂੰ ਭਾਈ ਬਹਿਲੋ ਆਦਿ ਆਦਿ। ਇਹ ਭਾਈ ਗੁਰੂ ਅਰਜਨ ਦੇਵ ਜੀ ਨੇ ਲਾਇਆ ਨਾਲ। ਕੋਈ ਸਤਨਾਮ ਸ੍ਰੀ। ਤਾਂ ਇਸ ਕਰਕੇ ਜਦੋਂ ਗੁਰੂ ਚਾਹੁੰਦਾ ਸੁੱਕਿਆਂ ਨੂੰ ਵੀ ਹਰੇ ਕਰ ਦਿੰਦਾ। ਸਾਧ ਕਿਰਪਾ ਤੇ ਸੋਕਾ ਹਰਿਆ, ਸੁਮਤਿ ਆਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਇਹ ਜਦੋਂ ਗੁਰੂ ਨੇ ਕਿਰਪਾ ਕੀਤੀ, ਸੁਮਤ ਬਖਸ਼ੀ, ਗਿਆਨ ਦਿੱਤਾ, ਤਾਂ ਮੈਂ ਆਪਣੇ ਅੰਦਰ ਗਿਆ। ਸ਼ੁਰੂਆਤ ਕੀਤੀ ਸੀ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਜਦੋਂ ਗੁਰੂ ਨੇ ਕਿਰਪਾ ਕੀਤੀ, ਨਾਮ ਬਖਸ਼ਿਆ ਔਰ ਨਾਲ ਹੀ ਨਾਮ ਜਪਣ ਦੀ ਜੁਗਤ ਬਖਸ਼ੀ, ਮੈਂ ਅੰਦਰ ਗਿਆ ਆਪਣੇ। ਜਦ ਅੰਦਰ ਗਿਆ ਹਿਰਦੇ ਦੇ ਵਿੱਚ, ਉੱਥੇ ਫਿਰ ਗੁਰੂ ਦੇ ਨਾਲ ਪਰਮੇਸ਼ਰ ਨਾਲ ਹੋਇਆ ਮੇਲਾ ਮਿਲਾਪ ਹੋਇਆ। ਗੁਰਮੁਖ ਹੋਏ ਮੇਲਾ ਜੀਓ, ਜਲ ਤਰੰਗ ਜਿਉ ਜਲੈ ਸਮਾਇਆ। ਜਿਵੇਂ ਪਾਣੀ ਦੀਆਂ ਤਰੰਗਾਂ ਪਾਣੀ ਵਿੱਚ ਮਿਲ ਕੇ ਫਿਰ ਪਾਣੀ ਬਣ ਜਾਂਦੀਆਂ। ਸਮੁੰਦਰ ਹੁੰਦੇ ਆ ਨਾ, ਉਹਨਾਂ 'ਚੋਂ ਲਹਿਰਾਂ ਉੱਠ ਕੇ ਕਿਨਾਰੇ ਵੱਲ ਆਉਂਦੀਆਂ, ਕਿਨਾਰੇ 'ਤੇ ਵੱਜ ਕੇ ਫਿਰ ਮੁੜ ਜਾਂਦੀਆਂ, ਦੁਬਾਰਾ ਫਿਰ ਸਮੁੰਦਰ ਬਣ ਜਾਂਦੀਆਂ। ਪਾਣੀ ਵਿੱਚ ਕਣੀਆਂ ਡਿੱਗਦੀਆਂ, ਬੁਲਬੁਲੇ ਬਣਦੇ ਆ, ਕੁਝ ਸਮੇਂ ਬਾਅਦ ਫੁੱਟ ਕੇ ਫਿਰ ਪਾਣੀ ਬਣ ਜਾਂਦੇ ਆ। ਇਸੇ ਤਰ੍ਹਾਂ ਹੀ ਇਹ ਜੀਵ ਜਿਹੜਾ ਪਰਮੇਸ਼ਰ 'ਚੋਂ ਨਿਕਲ ਕੇ ਜੀਵ ਹੋ ਗਿਆ ਸੀ, ਦੁਬਾਰਾ ਪਰਮੇਸ਼ਰ ਹੋ ਗਿਆ। ਕੋ ਸਤਨਾਮ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਲ ਤਰੰਗ ਜਿਉ ਜਲੈ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ।
ਜਿਵੇਂ ਬੂੰਦਾਂ ਪਾਣੀ 'ਚ ਮਿਲ ਕੇ ਸਮੁੰਦਰ ਹੋ ਗਈਆਂ, ਜਿਵੇਂ ਲਹਿਰਾਂ ਬਾਦਲ ਜਾ ਕੇ ਫਿਰ ਸਮੁੰਦਰ ਹੋ ਗਈਆਂ, ਇਵੇਂ ਮੈਂ ਵੀ ਜਦੋਂ ਗੁਰੂ ਨੇ ਕਿਰਪਾ ਕੀਤੀ ਜੋਤੀ ਜੋਤ ਮਿਲਾਇਆ। ਜੋਤੀ ਹੈ ਅੱਖਾਂ ਦੀ ਲਾਈਟ, ਜੋਤ, ਤੇ ਗੁਰੂ ਪਿਆਰਿਓ ਜੋਤੀ ਹੈ ਸਾਡਾ ਚਿਹਰਾ। ਜਦੋਂ ਇਹ ਦੋਨੇ ਇਕੱਠੇ ਹੋ ਕੇ ਮੈਂ ਨਾਮ ਜਪਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਮੈਂ ਪਰਮੇਸ਼ਰ ਦਾ ਬਖਸ਼ਿਆ ਨਾਮ ਜਪਿਆ, ਧਿਆਨ ਹਿਰਦੇ ਵਿੱਚ ਲੈ ਕੇ ਗਿਆ, ਉੱਥੇ ਸਾਡਾ ਦੋਨਾਂ ਦਾ ਮਿਲਾਪ ਹੋ ਗਿਆ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੋਕਾ ਹਰਿਆ। ਪ੍ਰੀਤਮ ਜੀ ਕਹਿੰਦੇ ਤਿਉ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਭਰਮ ਕੱਟੇ ਕਿਵਾੜਾ। ਕਿਵਾੜ ਕੀ ਹੈ? ਗੇਟ। ਜਿਹੜੇ ਭਰਮਾਂ ਦੇ ਗੇਟ ਲੱਗੇ ਹੋਏ ਸੀਗੇ, ਗੁਰੂ ਸਾਹਿਬ ਨੇ ਭਰਮਾਂ ਦੇ ਗੇਟ ਹੀ ਪਾਸੇ ਕਰਤੇ। ਕਹੋ ਨਾਨਕ ਭਰਮ ਕੱਟੇ ਕਿਵਾੜਾ, ਬਹੁੜ ਨਾ ਹੋਈ ਹੈ ਜੌਲਾ ਜੀਓ। ਜੌਲਾ ਹੁੰਦਾ ਝੌਲਾ, ਜਿਵੇਂ ਅੱਖਾਂ ਦੇ ਉੱਤੇ ਆ ਝੋਲੇ ਜੇ ਪੈਣ ਲੱਗ ਜਾਂਦੇ ਆ, ਸਾਫ਼ ਨਹੀਂ ਦਿਸਦਾ ਗਾ। ਕਹਿੰਦੇ ਹੁਣ ਮੈਨੂੰ ਸਾਫ਼ ਦਿਸਣ ਲੱਗ ਪਿਆ, ਹੁਣ ਮੇਰੀਆਂ ਹਿਰਦੇ ਦੀਆਂ ਅੱਖਾਂ ਤੇ ਇਹ ਭਰਮਾਂ ਦਾ ਪਰਦਾ ਨਹੀਂ ਆਵੇਗਾ। ਗੁਰੂ ਨੇ ਪਰਦਾ ਲਾ ਕੇ ਮੈਨੂੰ ਸਪਸ਼ਟ ਦਿਖਾ ਦਿੱਤਾ ਕਿ ਤੂੰ ਹੀ ਤਾਂ ਰੱਬ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਤੂੰ ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਨਾਲ ਜੁੜਨਾ ਕਰ, ਇਹਦੇ ਵਿੱਚ ਹੀ ਤੇਰਾ ਉਧਾਰ ਹੈ। ਇਸੀ ਪਵਿੱਤਰ ਸ਼ਬਦ ਦੇ ਵਿਚਾਰ ਅੱਗੇ ਫਿਰ ਪਾਤਸ਼ਾਹ ਕਹਿੰਦੇ ਹੁਣ ਜਿਨ੍ਹਾਂ ਨੇ ਉਹਨੂੰ ਇਸ ਤਰ੍ਹਾਂ ਜਪਿਆ, ਤਿਸ ਕੁਰਬਾਨੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿਟੋ, ਜੋ ਮਨ ਤਨ ਤੁਧ ਆਰਾਧੇ ਜੀਓ। ਹੁਣ ਅਗਲੇ ਸ਼ਬਦ 'ਚ ਪਾਤਸ਼ਾਹ ਦੱਸਦੇ ਆ ਜਿਨ੍ਹਾਂ ਨੇ ਸਿਮਰਿਆ, ਸੁਣਿਆ ਜਾਂ ਜਪਿਆ, ਉਹਨਾਂ ਦੀ ਕੀ ਅਵਸਥਾ ਹੈ। ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ।